सो मेरा काम होगा कि एक स्मॉल बिजनेस वास्ते एक कॉम्प्रीहेंसिव स्मॉल बिजनेस रिफॉर्म लैके आंदा जा सके, ताकि साडा जिहड़ा स्मॉल बिजनेस इंडस्ट्री है वो सरवाइव कर सके। ये ताज सानू 10वें पातशाह ने बख्शिया सी, सानू इस ताज नू फील करना चाहिए, इस ताज की अहमियत समझनी चाहिए है। इस ताज नू बरकरार रखने वास्ते सानू एकजुट होना पऊगा। यकीन मनो मैं थोड़े वास्ते दिन रात लग्या होया। ਨਿਊਯਾਰਕ ਵਿੱਚ 22 ਜੂਨ ਨੂੰ ਹੋਣ ਵਾਲੀਆਂ ਸਿਟੀ ਕਾਉਂਸਲ ਦੀਆਂ ਚੋਣਾਂ ਲਈ ਡਿਸਟ੍ਰਿਕਟ 23 ਤੋਂ ਚੋਣਾਂ ਵਿੱਚ ਸੰਜੀਵ ਜਿੰਦਲ ਖੜੇ ਹੋਣ ਜਾ ਰਹੇ ਨੇ। ਉਹਨਾਂ ਵੱਲੋਂ ਇੱਕ ਗੈਟ ਟੂਗੇਦਰ ਰੱਖਿਆ ਗਿਆ, ਜਿੱਥੇ ਡਿਸਟ੍ਰਿਕਟ 23 ਦੇ ਕਾਫੀ ਲੋਕ ਅਤੇ ਕਾਫੀ ਸ਼ਖਸੀਅਤਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਬਾਬਾ ਸੱਜਣ ਸਿੰਘ ਜੀ ਵੀ ਉੱਥੇ ਮੌਜੂਦ ਸਨ। ਇਸ ਮੌਕੇ ਸੰਜੀਵ ਜਿੰਦਲ ਵੱਲੋਂ ਡਿਸਟ੍ਰਿਕਟ ਦੇ ਲੋਕਾਂ ਨਾਲ ਗੱਲਾਂ ਬਾਤਾਂ ਦੌਰਾਨ ਕਈ ਵਾਅਦੇ ਕੀਤੇ ਗਏ ਅਤੇ ਉੱਥੇ ਪਹੁੰਚੀਆਂ ਹੋਈਆਂ ਸ਼ਖਸੀਅਤਾਂ ਵੱਲੋਂ ਲੋਕਾਂ ਅੱਗੇ ਅਪੀਲ ਕੀਤੀ ਗਈ ਕਿ ਸੰਜੀਵ ਜਿੰਦਲ ਦਾ ਚੋਣਾਂ ਵਿੱਚ ਸਾਥ ਜ਼ਰੂਰ ਦਿੱਤਾ ਜਾਵੇ, ਤਾਂ ਜੋ ਆਪਣੀ ਕਮਿਊਨਿਟੀ ਅਤੇ ਬਾਕੀ ਲੋਕਾਂ ਦਾ ਭਲਾ ਕੀਤਾ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਜੀਵ ਜਿੰਦਲ ਜੀ, ਮੈਨੂੰ ਥੋੜਾ ਸਮਾਂ ਪਹਿਲਾਂ ਇਹਨਾਂ ਦਾ ਸੰਪਰਕ ਪੈਦਾ ਹੋਇਆ। ਮਹਿਸੂਸ ਕਰਦਾ ਵੀ ਇਹ ਬੰਦੇ ਬਹੁਤ ਚੰਗੇ ਨੇ। ਕਿਸ ਕਰਕੇ? ਇਹਨਾਂ ਨੇ ਕੁਝ ਸਮਾਂ ਸਰਦਾਰ ਸਰਜੀਤ ਸਿੰਘ ਜੀ ਬਰਨਾਲਾ, ਜਿਹੜੇ ਬਹੁਤ ਸ਼ਰੀਫ ਇਨਸਾਨ ਸਨ, ਉਹਨਾਂ ਨਾਲ ਰਹੇ ਨੇ। ਤੇ ਹੁਣ ਜਦ ਅਸੀਂ ਇਹਨਾਂ ਨਾਲ ਵਿਚਰਨ ਲੱਗਿਆਂ, ਮਹਿਸੂਸ ਕਰਦੇ ਹਾਂ ਵੀ ਇਹ ਕਮਿਊਨਿਟੀ ਲਈ ਬਹੁਤ ਕੁਝ ਕਰਨਗੇ। ਇਹ ਤਾਂ ਸਮਾਂ ਦੱਸੇਗਾ, ਪਰ ਮੈਂ ਆਪਣੀ ਵੱਲੋਂ ਮਹਿਸੂਸ ਕਰਦਾ ਵੀ ਜਿੱਦਾਂ ਦਾ ਇਹਨਾਂ ਦਾ ਵਿਚਰਨਾ ਕਮਿਊਨਿਟੀ ਵਿੱਚ, ਜਿੱਦਾਂ ਦਾ ਇਹ ਹੁਣ ਵਰਕ ਕਰਦੇ ਨੇ, ਭਾਵੇਂ ਆਪਣੇ ਕਾਮਯਾਬ ਹੋਣ ਲਈ ਵਰਕ ਕਰਦੇ ਨੇ, ਪਰ ਇਹਨਾਂ ਦੀ ਜੋ ਬੋਲੀ ਹੈ, ਜੋ ਗੱਲਬਾਤ ਹੈ, ਜੋ ਕਮਿਊਨਿਟੀ 'ਚ ਵਿਚਰਦੇ ਨੇ, ਉਸ ਤੋਂ ਮਹਿਸੂਸ ਕਰਦੇ ਵੀ ਇਹ ਬਹੁਤ ਕੁਛ ਕਰਨਗੇ। ਸਿਰਫ ਇਕੱਠੇ ਹੋਣ ਦਾ ਗੱਲ ਨਹੀਂ ਬਣਨੀ, ਇਹ 'ਤੇ ਵਰਕ ਕਰਨ ਦੀ ਲੋੜ ਹੈ, ਤਾਂ ਕਿ ਅਸੀਂ ਇਸ ਬੰਦੇ ਕੋਲੋਂ ਕੰਮ ਲੈ ਸਕੀਏ ਅਤੇ ਇਹਨੂੰ ਪਰਖ ਸਕੀਏ ਵੀ ਸਾਡੇ ਅਸੂਲਾਂ ਅਨੁਸਾਰ ਕਮਿਊਨਿਟੀ ਲਈ ਇਹ ਸਹੀ ਉਤਰਦੇ ਨੇ। ਪਰ ਅਸੀਂ ਯਕੀਨ ਕਰਕੇ ਸਪੋਰਟ ਕਰਕੇ ਇਹਨਾਂ ਨੂੰ ਜਿਤਾਈਏ, ਤਾਂ ਕਿ ਅਸੀਂ ਇਸ ਇਲਾਕੇ ਲਈ ਕੁਝ ਕਰ ਸਕੀਏ। ਬਹੁਤ ਕੁਝ ਕਰਨ ਵਾਲਾ, ਮੈਨੂੰ ਤਾਂ ਨਹੀਂ ਬਹੁਤਾ ਪਤਾ। ਜਦੋਂ ਵਿਚਰਦੇ ਹਾਂ ਉਦੋਂ ਫਿਰ ਸੁਣਦੇ ਹਾਂ ਵੀ ਇੱਥੇ ਇਹ ਵੀ ਹੋਣਾ ਚਾਹੀਦਾ, ਇੱਥੇ ਵੀ ਇਹ ਹੋਣਾ ਚਾਹੀਦਾ, ਸੜਕਾਂ ਸਹੀ ਚਾਹੀਦੀਆਂ ਨੇ, ਇੱਥੇ ਕਮਿਊਨਿਟੀ ਹਾਲ ਚਾਹੀਦਾ, ਇੱਥੇ ਉਹ ਚਾਹੀਦਾ। ਪਰ ਇੱਥੇ ਉਹੀ ਬੰਦਾ ਕਰ ਸਕਦਾ ਵੀ ਜਿਹੜਾ ਬੰਦੇ ਨੂੰ, ਜਿਹਨੂੰ ਦਰਦ ਹੋਵੇ। ਇਸ ਇਲਾਕੇ 'ਚ ਰਹਿਣ ਵਾਲਾ ਸੰਜੀਵ ਜਿੰਦਲ ਤੇ ਬੜਾ ਮਿੱਠਾ ਸੁਭਾਅ ਹੈ ਅਤੇ ਬੜਾ ਮਿਹਨਤੀ ਬੰਦਾ ਹੈ। ਆਹ ਮਿਹਨਤ ਦਾ ਹੀ ਫਲ ਆ ਜਿਹੜੇ ਆਪਾਂ ਇੱਥੇ ਸਾਰੇ ਹਾਜ਼ਰ ਹੋਏ ਹਾਂ। ਇਸ ਕਰਕੇ ਮੇਰੀ ਬੇਨਤੀ ਹੈ, ਮੈਨੂੰ ਆਸ ਹੈ ਵੀ ਤੁਸੀਂ ਜਿਸ ਤਰ੍ਹਾਂ ਅੱਜ ਬੜੇ ਪਿਆਰ ਨਾਲ ਇੱਥੇ ਸਾਰੇ ਹਾਜ਼ਰ ਹੋਏ ਹੋ, ਕਿਉਂਕਿ ਇਸ ਕੰਟਰੀ ਵਿੱਚ ਕਿਸੇ ਕੋਲ 1 ਸਕਿੰਟ ਦਾ ਵੀ ਟਾਈਮ ਨਹੀਂ, ਹਰ ਬੰਦਾ ਆਪਣੇ ਆਪਣੇ ਕੰਮਾਂ 'ਚ ਬਿਜੀ ਹੈ। ਮੈਂ ਮਹਿਸੂਸ ਕਰਦਾ ਤੁਹਾਡੇ ਇਕੱਠ ਤੋਂ ਵੀ ਤੁਸੀਂ ਸੰਜੀਵ ਜਿੰਦਲ ਨਾਲ ਪਿਆਰ ਕਰਦੇ ਹੋ, ਇਸ ਕਰਕੇ ਸਾਰੇ ਹਾਜ਼ਰ ਹੋਏ ਹੋ। ਅਤੇ ਮੈਂ ਇਹ ਵੀ ਮਹਿਸੂਸ ਕਰਦਾ ਤੁਸੀਂ ਮੇਰੀਆਂ ਕਮਲੀਆਂ ਵਾਲੀਆਂ ਦੀਆਂ ਗੱਲਾਂ ਬੜੇ ਚੁੱਪ ਕਰਕੇ ਸੁਣਦੇ ਹੋ, ਅਤੇ ਮੈਨੂੰ ਮਹਿਸੂਸ ਕਰਦਾ ਵੀ ਤੁਸੀਂ ਸੰਜੀਵ ਜਿੰਦਲ ਨਾਲ ਪਿਆਰ ਕਰਦੇ ਹੋ। ਇੱਥੇ ਹੀ ਬਸ ਨਹੀਂ ਕਰਨੀ, ਪਰ ਡਟ ਕੇ ਆਪਾਂ ਸਪੋਰਟ ਕਰਨੀ ਆ, ਡਟ ਕੇ ਵਰਕ ਕਰਨਾ, ਤਾਂ ਕਿ ਅਸੀਂ ਇਹ ਸੀਟ ਕੱਢ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕਿਉਂ ਜਿੰਦਲ ਸਾਹਿਬ ਦੇ ਨਾਲ ਹੋਏ ਹੈਗੇ ਆ? ਕਿਉਂਕਿ ਜਦੋਂ ਇੱਕ ਲੀਡਰ ਦੇ ਕੋਲ ਉਹਦੀ ਇੱਕ ਕੈਪੇਬਿਲਿਟੀ ਹੁੰਦੀ ਹੈ ਵੀ ਉਹਦੇ ਡ੍ਰੀਮਸ ਕੀ ਨੇ, ਉਹਨੂੰ ਕਿਸ ਤਰ੍ਹਾਂ ਅਚੀਵ ਕਰਨਾ ਚਾਹੁੰਦਾ ਹੈ, ਔਰ ਉਹ ਜਿਹੜੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਦੀ ਕਿੰਨੀ ਕੁ ਦੇ ਵਿੱਚ ਇੱਕ ਸਿਰਫ ਪ੍ਰੋਬਲਮ ਫਾਈਂਡ ਆਊਟ ਨਹੀਂ ਕਰਨੀ ਚਾਹੁੰਦਾ, ਉਹਨੂੰ ਰਿਜ਼ੋਲਵ ਕਰਨ ਦੇ ਲਈ ਉਹਦੇ ਕੋਲ ਕੀ ਰਿਸੋਰਸਿਸ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਚਾਹੁੰਦਾ ਹੈਗਾ। ਸੋ ਹੀ ਸ਼ੁੱਡ ਨੋ ਅਬਾਊਟ ਇਟ, ਜੋ ਕਿ ਅਸੀਂ ਇਹਦੇ ਨਾਲ ਜਦੋਂ ਬੈਠੇ ਹੈਗੇ ਆ, ਇਹਨਾਂ ਨਾਲ ਬੈਠਣ ਤੋਂ ਬਾਅਦ ਮੈਂ ਇਹਨਾਂ ਨਾਲ ਇਸ ਤਰ੍ਹਾਂ ਗੱਲ ਕਰ ਰਿਹਾ ਕਿਉਂਕਿ ਅਸੀਂ ਐਜ਼ ਏ ਗੁਰਦੁਆਰਾ ਸੰਤ ਸਾਗਰ ਦੀ ਸੰਗਤ ਦੇ ਰੂਪ 'ਚ ਮੈਂ ਗੱਲ ਕਰ ਰਿਹਾ, ਨਾ ਕਿ ਇੰਡੀਵਿਜੂਅਲ ਦੇ ਨਾਲ। ਕਿਉਂਕਿ ਇਸ ਵਕਤ ਮੇਰੇ ਵੀਰ, ਨਾ ਕਿ ਅਸੀਂ ਇੱਥੇ ਯੰਗ ਜਨਰੇਸ਼ਨ ਸਾਡੀ ਜਿਹੜੀ ਆ ਉਹ ਪਿੱਛੇ ਟੇਬਲ 'ਤੇ ਬੈਠੀ ਹੈ, ਜਿਹੜੀ ਕਿ ਹਮੇਸ਼ਾ ਸਾਡੇ ਨਾਲ ਮੋਢੇ ਮੋਢਾ ਜੋੜ ਕੇ ਖੜੀ ਰਹਿੰਦੀ ਹੈ, ਕਿਉਂਕਿ ਸਾਡੀ ਫਿਊਚਰ ਜਿਹੜੀ ਹੈ ਸਾਡੀ ਯੰਗ ਜਨਰੇਸ਼ਨ ਹੈ।
ਅਸੀਂ ਜੋ ਅੱਜ ਕੰਮ ਕਰ ਰਹੇ ਹਾਂ, ਜੋ ਅਸੀਂ ਇਕੱਠ ਦਿਖਾ ਰਹੇ ਹਾਂ, ਜੋ ਇਹ ਪਾਥ ਬਣਾ ਰਹੇ ਹਾਂ, ਉਹ ਅਸੀਂ ਆਪਣੀ ਯੰਗ ਜਨਰੇਸ਼ਨ ਵਾਸਤੇ ਬਣਾ ਰਹੇ ਹਾਂ। ਇਹ ਨਾ ਸਮਝੋ ਕਿ ਅਸੀਂ ਆਪਣੇ ਵਾਸਤੇ ਕਰ ਰਹੇ ਹਾਂ, ਸਾਡੇ ਨੂੰ ਇਹ ਕਰਨਾ ਜ਼ਰੂਰੀ ਹੈ, ਕਿਉਂਕਿ ਜਦ ਤੱਕ ਅਸੀਂ ਆਪਣੇ ਫੁੱਟ ਸਟੈਪਸ ਪ੍ਰੋਪਰ ਨਹੀਂ ਰੱਖਾਂਗੇ, ਫਾਊਂਡੇਸ਼ਨ ਪ੍ਰੋਪਰ ਲੇ ਡਾਊਨ ਨਹੀਂ ਕਰਾਂਗੇ, ਤਦ ਤੱਕ ਇਹਨਾਂ ਬੱਚਿਆਂ ਨੂੰ ਕੋਈ ਸੇਧ ਨਹੀਂ ਮਿਲ ਸਕਦੀ। ਸੋ ਇਸ ਕਰਕੇ ਜਦੋਂ ਅਸੀਂ ਜਿੰਦ ਸਾਹਿਬ ਨਾਲ ਬੈਠੇ, ਜਦੋਂ ਇਹਨਾਂ ਨਾਲ ਡਿਸਕਸ਼ਨ ਹੋਈਆਂ ਕਿ ਬਈ ਤੁਸੀਂ ਕਿਉਂ ਆਉਣਾ ਚਾਹੁੰਦੇ ਹੋ, ਵਾਈ ਯੂ ਵਾਂਟ ਟੂ ਬੀ ਦ ਕਾਉਂਸਲਮੈਨ, ਦੈਟ ਵਾਜ਼ ਮਾਈ ਫਰਸਟ ਕੁਐਸਚਨ ਵਿਚ ਆਈ ਐਸਕਡ ਹਿਮ ਕਿ ਤੁਸੀਂ ਕਾਉਂਸਲਮੈਨ ਕਿਉਂ ਬਣਨਾ ਚਾਹੁੰਦੇ ਹੋ, ਕੀ ਤੁਹਾਡੇ 'ਚ ਖੂਬੀ ਹੈ, ਕੀ ਤੁਹਾਡੀ ਬਰਨਿੰਗ ਡਿਜ਼ਾਇਰਸ ਨੇ। ਜਦੋਂ ਇਹ ਪਤਾ ਲੱਗਿਆ ਤੇ ਵੀ ਵਰ ਸੈਟਿਸਫਾਈਡ ਵਿਦ ਹਿਮ ਐਂਡ ਆਫਟਰ ਦੈਟ ਨਾਓ ਇਹਦੇ 'ਚ ਕਿੰਨੀ, ਇਹਨਾਂ ਵਿੱਚ ਕਿੰਨੀ ਕਿਸ ਤਰ੍ਹਾਂ ਆਪਣੇ ਨੂੰ ਲੀਡ ਕਰਨ ਦੀ ਹੈਗੀ ਹਿੰਮਤ। ਇੱਕ ਲੀਡਰ ਦੀ ਬੜੀ ਇੱਕ ਲੀਡਰ ਦੇ ਵਿੱਚ ਇਹ ਖਾਸੀਅਤ ਹੋਣੀ ਚਾਹੀਦੀ ਹੈ ਕਿ ਉਹ ਕਿਸ ਤਰ੍ਹਾਂ ਕਮਾਂਡ ਕਰਦਾ ਹੈ। ਅਸੀਂ ਜਦੋਂ ਦੂਸਰੇ ਕੈਂਡੀਡੇਟਸ ਵੀ ਸੀਗੇ ਉਹਨਾਂ ਨਾਲ ਵੀ ਬੈਠੇ ਤੇ ਅਸੀਂ ਉਹਨਾਂ ਨੂੰ ਇੱਕ ਗੱਲ ਕਹੀ ਸੀਗੀ, ਨੋ ਮੈਟਰ ਅਸੀਂ ਸਾਰੇ ਇੱਕੋ ਕਮਿਊਨਿਟੀ ਵਿੱਚ ਹੈਗੇ ਹਾਂ, ਵੀ ਸ਼ੁੱਡ ਡੂ ਏ ਪੋਜ਼ਿਟਿਵ ਕੰਪੇਨ। ਇਹ ਕੰਪੇਨ ਪੋਜ਼ਿਟਿਵ ਚੱਲੇ, ਇਹ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ, ਤੁਸੀਂ ਨੈਗੇਟਿਵ ਵੱਲ ਨਾ ਜਾਇਓ। ਲੇਕਿਨ ਮੈਨੂੰ ਕੱਲ੍ਹ ਹੀ ਪਤਾ ਲੱਗਿਆ ਕਿ ਕੁਝ ਜਗ੍ਹਾ ਕੁਝ ਨੈਗੇਟਿਵ ਕੰਪੇਨਸ ਚੱਲ ਰਹੀਆਂ ਹਨ, ਕਿਉਂਕਿ ਅਸੀਂ ਜਦੋਂ ਆਪਣੇ ਜਿਹੜੇ ਸਾਡੇ ਕੈਂਪੇਨਰਸ ਨੇ ਜਦੋਂ ਆਉਂਦੇ ਨੇ ਤੇ ਉਹ ਫੀਡਬੈਕ ਦਿੰਦੇ ਨੇ ਪਿੱਛੇ ਕੀ ਹੋ ਰਿਹਾ, ਤੇ ਉਹ ਜਿਹੜੀ ਫੀਡਬੈਕ ਦੱਸਦੀ ਹੈ ਕਿ ਜਿਹੜੇ ਸਾਡੇ ਜਿਹੜੇ ਲੀਡਰਸ ਹੁੰਦੇ ਨੇ ਜੇ ਉਹ ਵੀਕ ਹੁੰਦੇ ਨੇ ਤਾਂ ਉਹਦੇ ਜਿਹੜੇ ਕੰਪੇਨਰਸ ਹੁੰਦੇ ਆ ਜਾਂ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਨੇ ਉਹ ਉਹਨਾਂ ਦੀ ਗੱਲ ਪ੍ਰੋਪਰ ਨਹੀਂ ਸੁਣਦੇ ਪਏ। ਇਹਦਾ ਮਤਲਬ ਇਹ ਹੁੰਦਾ। ਇਸ ਕਰਕੇ ਇੱਕ ਲੀਡਰ ਦੀ ਜਿਹੜੀ ਕੁਆਲਿਟੀ ਹੈਗੀ ਹੈ, ਆਪਣੀ ਜੋ ਗੱਲ ਕਵੇ, ਜਿਹੜਾ ਏਜੰਡਾ ਹੋਵੇ, ਉਹ ਸਾਰੇ ਉਹਨਾਂ ਦੇ ਜਿਹੜੇ ਕੰਪੇਨਰਸ ਹੋਣ ਉਹਨੂੰ ਫੋਲੋ ਕਰਨ, ਉਹ ਦੱਸਣ, ਜੋ ਕਿ ਸਾਡੇ ਅਨਫੋਰਚੂਨੇਟਲੀ ਦੂਸਰੇ ਪਾਸੇ ਨਹੀਂ ਹੋ ਰਿਹਾ ਹੈਗਾ, ਵਿਚ ਵੀ ਕੇਮ ਟੂ ਨੋ ਅਬਾਊਟ ਇਟ। ਸੋ ਇੱਕ ਮੈਂ ਵਧਾਈ ਦੇਵਾਂਗਾ ਇਹਨਾਂ ਨੂੰ ਕਿ ਇਹਨਾਂ ਨੇ ਜਿਹੜੀ ਕੰਪੇਨ ਹੈ ਉਹ ਇੱਕ ਪੋਜ਼ਿਟਿਵ ਰੂਪ 'ਤੇ ਰੱਖੀ ਹੋਈ ਹੈ। ਸਿਰਫ ਆਪਣੀਆਂ ਜਿਹੜੀ ਅਸੀਂ ਪ੍ਰੋਗਰੈਸਿਵ ਜੋ ਕਰਨੀ ਹੈਗੀ ਹੈ ਉਹਦੇ ਬਾਰੇ ਇਹ ਫੋਕਸ ਕਰ ਰਹੇ ਹੈਗੇ ਆ। ਸੋ ਮੈਂ ਸਾਰੇ ਹੀ ਬੁਲਾਰਿਆਂ ਨੂੰ ਸੁਣਿਆ ਹੈ ਔਰ ਸਾਰੇ ਸੱਜਣ ਜੋ ਦੂਜੀ ਕਮਿਊਨਿਟੀ ਤੋਂ ਆਏ ਹੈ ਉਹਨਾਂ ਨੂੰ ਵੀ ਸੁਣਿਆ ਹੈ। ਸੋ ਸਾਰਿਆਂ ਨੇ ਇਹ ਆਪਾਂ ਕਿਹਾ ਹੈਗਾ ਵੀ ਸੰਜੀਵ ਜਿੰਦਲ ਦੀ ਆਪਾਂ ਕਿਵੇਂ ਮਦਦ ਕਰ ਸਕਦੇ ਹਾਂ। ਸੋ ਮਦਦ ਆਪਾਂ ਕਰ ਸਕਦੇ ਹਾਂ ਵੋਟਾਂ ਦੇ ਨਾਲ, ਤਾਂ ਆਪਾਂ ਸਾਰੇ ਜਾਣਦੇ ਹੀ ਹਾਂ। ਸੋ ਆਪਾਂ ਕੋਸ਼ਿਸ਼ ਇਹ ਕਰੀਏ ਕਿ ਵੱਧ ਤੋਂ ਵੱਧ ਜਿੱਥੇ ਵੀ ਸਾਡਾ ਕੋਈ ਰਿਸ਼ਤੇਦਾਰ ਹੈ ਜਾਂ ਨੇਬਰਸ ਹੈ ਆਪਣੇ ਬਲਾਕ ਵਿੱਚ ਹੈ, ਉਸ ਨੂੰ ਕਮਿਊਨਿਟੀ ਟੂਗੈਦਰ ਕਰਕੇ ਆਪਾਂ ਇਹਨਾਂ ਨੂੰ ਵੋਟ ਪਾਈਏ ਔਰ ਜਿਤਾਈਏ। ਸੋ ਸਾਰਿਆਂ ਨੇ ਬਾਬਾ ਸੱਜਣ ਸਿੰਘ ਜੀ ਦੇ ਬਾਰੇ ਦੱਸਿਆ ਹੈ, ਉਹ ਵੀ ਪਹੁੰਚੇ ਹਨ, ਅਸੀਂ ਉਹਨਾਂ ਨੂੰ ਬਹੁਤ ਧੰਨਵਾਦ ਕਰਦੇ ਹਾਂ। ਉਹ ਸਾਡੇ ਵੀਰ ਸੰਜੀਵ ਜਿੰਦਲ ਨਾਲ ਖੜੇ ਹਨ। ਨਾਲ ਹੀ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ, ਉਹ ਵੀ ਸਾਰੇ ਸੂਝਵਾਨ ਵੀਰ ਆਏ ਹਨ, ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ। ਔਰ ਸਾਰੇ ਹੀ ਕਮਿਊਨਿਟੀ ਨੂੰ ਮੈਂ ਇੱਕ ਬੇਨਤੀ ਕਰਾਂਗਾ ਕਿ ਸਾਰੇ ਅਸੀਂ ਟੂਗੈਦਰ ਹੋ ਕੇ ਇਹਨਾਂ ਨੂੰ ਜਿਤਾ ਸਕਦੇ ਹਾਂ। ਔਰ ਮੇਰਾ ਸੁਖੀ ਵੀਰ ਜੋ ਨਿੱਜਰ, ਉਹ ਪੂਰੀ ਦਿਨ ਔਰ ਰਾਤ ਮਿਹਨਤ ਕਰਕੇ ਉਹ ਇਸ ਤਰ੍ਹਾਂ ਅਸੀਂ ਇਹਨੂੰ ਜਿਤਾਵਾਂਗੇ। ਔਰ ਕਿਸੇ ਤਰ੍ਹਾਂ ਦੀ ਵੀ ਕੋਈ ਚੀਜ਼ ਦੀ ਲੋੜ ਹੋਵੇ ਅਸੀਂ ਇਹਨਾਂ ਦੀ ਪੂਰੀ ਕਰਾਂਗੇ। ਪੈਸੇ ਵੱਲੋਂ ਕਿਸੇ ਚੀਜ਼ ਦੀ ਘਬਰਾਉਣ ਦੀ ਲੋੜ ਨਹੀਂ ਹੈ, ਅਸੀਂ ਜ਼ਰੂਰ ਜਿੱਤਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿਸ ਕਾਜ਼ ਵਾਸਤੇ ਇੱਥੇ ਇਕੱਤਰ ਹੋਏ ਹਾਂ, ਇਸ ਏਰੀਏ ਦੇ ਮਹਾਨ ਸ਼ਖਸੀਅਤ ਬਾਬਾ ਸੱਜਣ ਸਿੰਘ ਜੀ ਜਿਹੜੇ ਪ੍ਰੋਗਰਾਮ ਦੇ ਵਿੱਚ ਆ ਜਾਣ, ਉਹ ਪ੍ਰੋਗਰਾਮ 'ਤੇ ਸਫਲ ਹੋਣਾ। ਇਹ ਮੈਂ ਇਹਨਾਂ ਨੂੰ ਇਹ ਅੱਜ ਦਿਨ ਦੀ ਵਧਾਈ ਦੇਣਾ ਕਿ ਇਹਨਾਂ ਦੇ ਸਿਰ 'ਤੇ ਇਹ ਕਾਜ ਆ। ਇਹਨਾਂ ਨੇ ਅੱਜ ਇਹ ਕਮਿਊਨਿਟੀ ਜਿਹੜੀ ਆ ਸਾਰੀ ਸਾਊਥ ਕਮਿਊਨਿਟੀ ਜਿਹੜੀ ਇੰਡੀਅਨ ਕਮਿਊਨਿਟੀ ਸਾਰੀ ਜਿਹੜੀ ਆ ਇਕੱਠੀ ਕਰਨ ਦਾ ਜਿਹੜਾ ਵਾ ਅੱਜ ਦਾ ਜਿਹੜਾ ਇਸ ਏਰੀਆ ਦੇ ਵਿੱਚ ਸਿਰ ਜਾਂਦਾ ਤੇ ਉਹ ਬਾਬਾ ਜੀ ਨੂੰ ਜਾਂਦਾ। ਬਾਬਾ ਜੀ 'ਤੇ ਸਾਨੂੰ ਬਹੁਤ ਮਾਣ ਆ। ਬਾਬਾ ਜੀ ਦੀ ਸ਼ਖਸੀਅਤ ਹੈ ਜਿਨ੍ਹਾਂ ਨੇ ਸਾਡੀ ਨੌਜਵਾਨ ਪਨੀਰੀ ਨੂੰ ਜਿਹੜੀ ਆ ਇਹ ਸਿੱਖੀ ਵੱਲ ਵੀ ਜੋੜੇ ਨੇ। ਇਸ ਕਾਜ ਵਾਸਤੇ ਇਹਨਾਂ ਦਾ ਅਸ਼ੀਰਵਾਦ ਆ, ਧੰਨਵਾਦ ਕਰਦੇ ਹਾਂ ਇਹਨਾਂ ਦਾ। ਕਿ ਕੀੜਾ ਥਾਪ ਦਏ ਪਾਤਸ਼ਾਹੀ, ਲਸ਼ਕਰ ਕਰੇ ਸਵਾਹ। ਜਦੋਂ ਤੁਹਾਡਾ ਸਾਰਿਆਂ ਦਾ ਸਾਥ ਹੋਵੇ ਆਪਾਂ ਇਸ ਜਰਨੀ ਨੂੰ ਅਗਲੇ ਲੈਵਲ ਤੇ ਲੈ ਕੇ ਜਾਵਾਂਗੇ। ਜਦੋਂ ਆਪਾਂ ਇਸ ਕੰਟਰੀ ਦੇ ਵਿੱਚ ਆਏ ਸੀ, ਮੇਰੀ ਇੰਡੀਅਨ ਆਫੀਸਰ ਸੁਸਾਇਟੀ ਇੱਥੇ ਬੈਠੀ ਹੈ, ਆਪਾਂ ਸੇਫਟੀ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਉਹਨਾਂ ਦੀ ਯਾਦ ਆ ਜਾਂਦੀ ਹੈ। ਸਾਰਾ ਦਿਨ ਰਾਤ ਪਹਿਰਾ ਦੇ ਕੇ ਸਾਡੇ ਪਰਿਵਾਰਾਂ ਦੀ, ਸਾਡੇ ਬੱਚਿਆਂ ਦੀ, ਬਜ਼ੁਰਗਾਂ ਦੀ ਸੇਵਾ ਕਰਦੇ ਨੇ। ਤਾਂ ਸਭ ਤੋਂ ਪਹਿਲਾ ਕੰਮ ਇਹ ਹੋਊਗਾ ਕਿ ਜਿਹੜਾ
ਕੱਟਸ ਟੂ NYPD ਕਿਹਾ ਜਾ ਰਿਹਾ ਹੈ, ਉਹਦੇ ਅਸੀਂ ਬਿਲਕੁਲ ਅਗੇਂਸਟ ਜਾਵਾਂਗੇ, ਪ੍ਰੋ ਪੁਲਿਸ ਫੰਡਿੰਗ ਕਰਾਂਗੇ। ਅਸੀਂ ਕਹਿੰਦੇ ਆ ਪੁਲਿਸ ਦਾ ਰਿਸਪੌਂਸ ਟਾਈਮ ਬਹੁਤ ਜ਼ਿਆਦਾ ਹੋ ਜਾਂਦਾ ਹੈ, ਕਸੂਰ ਉਹਨਾਂ ਦਾ ਨਹੀਂ, ਕਸੂਰ ਸਿਸਟਮ ਦਾ ਹੈ। ਜਦੋਂ 116% ਪ੍ਰਪੋਜ਼ ਹੋਇਆ, $70 ਮਿਲੀਅਨ ਦੀ ਫੰਡਿੰਗ ਵੀ ਇਸ਼ੂ ਹੋਈ, ਉਹ ਫੰਡਿੰਗ ਪਾਰਕਸ ਡਿਪਾਰਟਮੈਂਟ ਨੂੰ ਮੂਵ ਕਰ ਦਿੱਤੀ ਗਈ, ਇਹ ਗੱਲ ਕਹਿ ਕੇ ਕਿ ਇਹ ਸੋਸ਼ਲ ਪੁਲਿਸ ਕੰਮ ਕਰੂਗੀ। ਸੋਸ਼ਲ ਪੁਲਿਸ ਤੋਂ ਮਤਲਬ ਇਹ ਹੈ ਕਿ ਤੁਹਾਡੇ ਗੁਆਂਢੀ ਤੁਹਾਡੀ ਪ੍ਰੋਬਲਮਾਂ ਦੇ ਵਿੱਚ ਆ ਕੇ ਇੰਟਰਫੀਅਰ ਕਰਨਗੇ। ਜਦੋਂ ਕੋਈ ਗਨ ਲੈ ਕੇ ਤੁਹਾਡੇ ਘਰੇ ਆ ਜੇ ਤਾਂ ਗੁਆਂਢੀ ਦਾ ਪਹਿਲਾਂ ਹੀ ਦਰਵਾਜ਼ਾ ਖੋਲ ਦੇ, ਤੇ ਪੁਲਿਸ ਜਦੋਂ ਤੱਕ ਨਹੀਂ ਆਊ ਉਦੋਂ ਤੱਕ ਕੰਮ ਨਹੀਂ ਚੱਲੂ। ਇਸ ਕਰਕੇ ਸਾਨੂੰ ਸੇਫਟੀ ਲਈ ਕੰਮ ਕਰਨਾ ਪਊ। ਦੂਸਰਾ ਤੇ ਅਹਿਮ ਮੁੱਦਾ ਸਾਡਾ ਮੇਨ ਸਟਰੀਟ ਅਮਰੀਕਾ। ਜਦੋਂ ਅਸੀਂ ਕਿਸੇ ਵੀ ਰੋਡ ਤੇ ਜਾਈਏ ਤਾਂ ਸਾਨੂੰ ਮੇਨ ਸਟਰੀਟ ਅਮਰੀਕਾ ਦਿਖਾਈ ਦਿੰਦਾ, ਸਾਨੂੰ ਸਮਾਲ ਬਿਜ਼ਨੈਸਿਸ ਦਿਖਾਈ ਦਿੰਦੇ ਨੇ। ਅਸੀਂ ਸਾਰੇ ਜਣੇ ਸਟਰਗਲ ਕਰਨ ਤੋਂ ਬਾਅਦ ਇਸ ਜ਼ਮੀਨ ਤੇ ਆਏ ਤੇ ਇੱਥੇ ਆ ਕੇ ਵੀ ਉਹ ਕੰਮ ਕੀਤੇ ਜੋ ਸਾਨੂੰ ਕਰਨੇ ਪੈਣੇ ਸੀ ਆਪਣੀ ਫੈਮਿਲੀ ਨੂੰ ਫੀਡ ਕਰਨ ਵਾਸਤੇ। ਸੋ ਜਦੋਂ ਅਸੀਂ ਮੇਨ ਸਟਰੀਟ ਅਮਰੀਕਾ ਦੀ ਗੱਲ ਕਰਦੇ ਹਾਂ ਤੇ ਪੈਂਡੈਮਿਕ ਨੇ ਸਾਰਾ ਮੇਨ ਸਟਰੀਟ ਅਮਰੀਕਾ ਡੈਮੇਜ ਕਰ ਦਿੱਤਾ। ਕਸਟਮਰ ਰਿਹਾ ਨਹੀਂ, ਟੈਕਨੋਲੋਜੀ ਦਾ ਯੁੱਗ ਹੋ ਗਿਆ। ਟੈਕਨੋਲੋਜੀ ਦੇ ਉੱਤੇ ਅਸੀਂ ਐਮਾਜ਼ੋਨ ਤੇ ਚੀਜ਼ਾਂ ਆਰਡਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੋ ਸਾਡੇ ਭਰਾਵਾਂ ਕੋਲੇ ਇੰਨੇ ਪੈਸੇ ਵੀ ਨਹੀਂ ਰਹੇ ਕਿ ਉਹ ਆਪਣਾ ਰੈਂਟ ਪੇ ਕਰ ਸਕਣ, ਪਰ ਲੈਂਡਲੋਰਡ ਨੂੰ ਮੌਰਗੇਜ ਪੇ ਕਰਨੀ ਪੈਣੀ ਸੀ। ਤੋ ਰੀਜ਼ਨ ਇਹ ਹੋਇਆ ਕਿ ਬਹੁਤ ਸਾਰੇ ਸਟੋਰ ਸ਼ਟ ਡਾਊਨ ਹੋ ਗਏ ਮੇਰੇ ਡਿਸਟ੍ਰਿਕਟ ਦੇ ਵਿੱਚ। ਮੈਨੂੰ ਪੇਨ ਹੈ ਉਹਨਾਂ ਦੀ। ਆਈ ਅੰਡਰਸਟੈਂਡ ਵਟ ਯੂ ਡੋਂਟ ਗੈਟ ਵਟ ਯੂ ਡਿਜ਼ਰਵ। ਸੋ ਮੇਰਾ ਕੰਮ ਹੋਊਗਾ ਕਿ ਇੱਕ ਸਮਾਲ ਬਿਜ਼ਨਸ ਵਾਸਤੇ ਇੱਕ ਕੰਪਰੀਹੈਂਸਿਵ ਸਮਾਲ ਬਿਜ਼ਨਸ ਰਿਫਾਰਮ ਲੈ ਕੇ ਆਂਦਾ ਜਾ ਸਕੇ, ਤਾਂ ਕਿ ਸਾਡਾ ਜਿਹੜਾ ਸਮਾਲ ਬਿਜ਼ਨਸ ਇੰਡਸਟਰੀ ਹੈ ਉਹ ਸਰਵਾਈਵ ਕਰ ਸਕੇ। ਇਹ ਸਾਡਾ ਸੈਕੰਡ ਕੰਮ ਹੋਊਗਾ। ਤੀਸਰਾ ਕੰਮ, ਜਦੋਂ ਕੋਵਿਡ ਹਿੱਟ ਕੀਤਾ, ਕੋਵਿਡ ਹਿੱਟ ਕਰਨ ਨਾਲ ਕੀ ਹੋਇਆ ਕਿ ਜਿਹੜੇ ਹੈਲਥ ਕੇਅਰ ਸਿਸਟਮ ਦੇ ਵਿੱਚ ਲਕੂਨਾ ਸੀ ਉਹਨਾਂ ਦਾ ਪਤਾ ਲੱਗਿਆ। ਸਾਨੂੰ ਪਤਾ ਲੱਗਿਆ ਕਿ ਸਾਡਾ ਸਿਸਟਮ ਪ੍ਰਪੇਅਰ ਹੀ ਨਹੀਂ ਸੀ ਕੋਵਿਡ-19 ਨਾਲ ਲੜਨ ਵਾਸਤੇ। ਅਸੀਂ ਉਹਨਾਂ ਦੀ ਕੈਪੇਬਿਲਿਟੀ ਤੇ ਸ਼ੱਕ ਨਹੀਂ ਕਰ ਰਹੇ। ਸਾਨੂੰ ਪਤਾ ਹੈ ਸਾਡੀ ਜੂਇਸ਼ ਬਰਾਦਰੀ ਦਿਨ ਰਾਤ ਇੱਕ ਕਰਕੇ ਸਾਡੇ ਵਾਸਤੇ ਜੂਇਸ਼ ਮੈਡੀਕਲ ਸੈਂਟਰ ਸਾਡੇ ਨਾਲ ਬਿਲਕੁਲ ਮੋਢੇ ਦੇ ਉੱਤੇ ਰੱਖ ਕੇ ਬੈਠੇ ਨੇ। ਸਾਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ, ਸਾਨੂੰ ਆਲਵੇਜ਼ ਸਾਡਾ ਜੂਇਸ਼ ਭਾਈਚਾਰਾ ਦਿਖਾਈ ਦਿੰਦਾ ਫॉर ਮੈਡੀਕਲ ਰੀਜ਼ਨਸ ਵਾਸਤੇ। ਮੈਂ ਦੇਖਦਾ ਕਿ ਮੇਰੇ ਅੱਜ ਦੋ ਭਰਾ ਇਸ ਮਹਿਫਿਲ ਦਾ ਹਿੱਸਾ ਨਹੀਂ, ਮੈਨੂੰ ਦਿਖਾਈ ਨਹੀਂ ਦੇ ਰਹੇ। ਮੈਨੂੰ ਉਹਨਾਂ ਦਾ ਫੋਨ ਆਇਆ ਸੀ ਕਿ ਅੱਜ ਅਸੀਂ ਇਸ ਮਹਿਫਿਲ 'ਚ ਨਹੀਂ ਹੋ ਪਾਵਾਂਗੇ। ਜਸਵਿੰਦਰ ਸਿੰਘ ਜੀ ਜੌਲ ਤੇ ਦੇਸ਼ ਦੀਪਕ ਭਾਰਦਵਾਜ ਜੀ, ਮੈਂ ਉਹਨਾਂ ਨੂੰ ਅੱਜ ਮਿਸ ਕਰ ਰਿਹਾ ਇਸ ਸਟੇਜ ਤੋਂ। ਪਰ ਹੈਲਥ ਕੇਅਰ ਸਿਸਟਮ ਦੀ ਗੱਲ ਕਰ ਰਿਹਾ ਸੀ ਤੇ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਕਿ ਜਿਹੜਾ ਸਾਡਾ ਫੇਅਰ ਸ਼ੇਅਰ ਹੈਗਾ, ਸਾਡਾ ਵੈਕਸੀਨੇਸ਼ਨ ਦਾ ਫੇਅਰ ਸ਼ੇਅਰ, ਉਹ ਸਾਨੂੰ ਮਿਲਣਾ ਚਾਹੀਦਾ। ਸਾਨੂੰ ਪਤਾ ਹੈ ਵੈਨ ਬਿਊਰਨ ਸਕੂਲ ਦੇ ਵਿੱਚ ਇੱਕ ਮਿੰਨੀ ਹਸਪੀਟਲ ਦੀ ਤਰ੍ਹਾਂ ਇੱਕ ਵੈਕਸੀਨੇਸ਼ਨ ਸਾਈਟ ਬਣਾਈ ਗਈ ਹੈ, ਪਰ ਉੱਥੇ ਅਪਾਇੰਟਮੈਂਟਸ ਲੈਣ ਲਈ ਬਹੁਤ ਲੰਬੀ ਤਾਦਾਦ ਹੈ, ਬਹੁਤ ਲੰਮੀਆਂ ਲਾਈਨਾਂ ਨੇ। ਸੋ ਸਾਨੂੰ ਸਾਡੀ ਕਮਿਊਨਿਟੀ ਵਾਸਤੇ ਉਹ ਫੇਅਰ ਸ਼ੇਅਰ ਜਿਹੜਾ ਸਾਡੀ ਕਮਿਊਨਿਟੀ ਡਿਜ਼ਰਵ ਕਰਦੀ ਹੈ ਉਹ ਹੋਣਾ ਚਾਹੀਦਾ। ਮੈਂ ਇਹ ਗੱਲਾਂ ਕਿਉਂ ਕਰ ਰਿਹਾ ਤੁਹਾਡੇ ਨਾਲ, ਕਿਉਂਕਿ ਜਦੋਂ ਤੱਕ ਅਸੀਂ ਇਸ ਸਿਸਟਮ ਦਾ ਹਿੱਸਾ ਨਹੀਂ ਹੋਵਾਂਗੇ ਉਦੋਂ ਤੱਕ ਸਾਡੇ ਵਾਸਤੇ ਇਹ ਫੈਸਿਲਿਟੀਆਂ ਨਹੀਂ ਮਿਲਣਗੀਆਂ। ਸਾਨੂੰ ਸਾਰਿਆਂ ਨੂੰ ਸੀਰੀਅਸ ਹੋ ਕੇ ਇੱਕ ਦੂਜੇ ਨਾਲ ਹੱਥ ਮਿਲਾ ਕੇ, ਮੈਨੂੰ ਇੱਕ ਮਹਾਭਾਰਤ ਦਾ ਵਾਕਿਆ ਯਾਦ ਆ ਜਾਂਦਾ ਹੈ, ਜਦੋਂ ਕੌਰਵ ਤੇ ਪਾਂਡਵਾਂ ਦੇ ਉੱਤੇ ਇੱਕ ਤੀਸਰਾ ਰਾਜਾ ਆ ਕੇ ਆਕਰਮਣ ਕਰ ਦਿੰਦਾ ਹੈ ਤੇ ਉਹ ਕਹਿੰਦੇ ਨੇ, ਤੇ ਭਗਵਾਨ ਸ਼੍ਰੀ ਕ੍ਰਿਸ਼ਨ ਉੱਥੋਂ ਵਚਨ ਕਰਦੇ ਨੇ ਕਿ ਬਾਹਰਲਿਆਂ ਲਈ ਤੁਸੀਂ 100 ਤੇ 5 ਹੋ ਸਕਦੇ ਹੋ, ਅੰਦਰ ਲੜ ਲਓ ਜਿੰਨਾ ਲੜਨਾ ਹੈ, ਪਰ ਜਦੋਂ ਬਾਹਰ ਕੋਈ ਆ ਕੇ ਤੁਹਾਨੂੰ ਚੈਲੰਜ ਕਰੇ ਤਾਂ 105 ਹੋ ਜਾਓ। ਤੇ ਨਾਲ ਨਾਲ ਇਹ ਗੱਲ ਮੈਂ ਤਾਂ ਕੀਤੀ ਕਿਉਂਕਿ ਮੈਨੂੰ ਪਤਾ ਹੈ ਢਿੱਲੋਂ ਸਾਹਿਬ, ਹਰਬੰਸ ਸਿੰਘ ਜੀ ਸਰਪ੍ਰਸਤ, ਉਹ ਇਹ ਗੱਲ ਕਹਿ ਕੇ ਗਏ ਸੀ ਕਿ ਹੇਟ ਕ੍ਰਾਈਮ ਦੀ ਗੱਲ ਹੈ। ਹੇਟ ਕ੍ਰਾਈਮ ਸਾਨੂੰ ਸਾਡੀ ਪਗੜੀ ਤੋਂ ਸਮਝਿਆ ਹੀ ਨਹੀਂ ਜਾਂਦਾ। ਕਾਰਨ ਇਹ ਹੈ ਕਿ ਜਦੋਂ ਸਾਨੂੰ 10ਵੇਂ ਪਾਤਸ਼ਾਹ ਨੇ ਪਗੜੀ ਬਖਸ਼ੀ ਸੀ
ਮੈਨੂੰ ਇੱਕ ਗੱਲ ਯਾਦ ਆ ਗਈ, ਯੂਨੀਵਰਸਿਟੀ ਸਟੇਜ ਤੋਂ ਮੈਂ ਅਕਸਰ ਸ਼ੇਅਰ ਕਰਿਆ ਕਰਦਾ ਸੀ ਕਿ ਬੁਲਬੁਲ ਦੇ ਪੰਜਿਆਂ 'ਚ ਵੱਜੇ ਕਦੇ ਬਾਜ ਨਹੀਂ ਰਹਿੰਦੇ, ਮੁਫਲਸਾਂ ਤੇ ਕਾਇਰਾਂ ਦੇ ਹੱਥਾਂ 'ਚ ਕਦੇ ਰਾਜ ਨਹੀਂ ਰਹਿੰਦੇ। ਜਿਸ ਕੌਮ ਨੂੰ ਹੈ ਝੁਕ ਜਾਣ ਦੀ ਆਦਤ, ਉਹਨਾਂ ਸਿਰਾਂ ਤੇ ਤਾਜ ਨਹੀਂ ਰਹਿੰਦੇ। ਇਹ ਤਾਜ ਸਾਨੂੰ 10ਵੇਂ ਪਾਤਸ਼ਾਹ ਨੇ ਬਖਸ਼ਿਆ ਸੀ। ਸਾਨੂੰ ਇਸ ਤਾਜ ਨੂੰ ਫੀਲ ਕਰਨਾ ਚਾਹੀਦਾ, ਇਸ ਤਾਜ ਦੀ ਅਹਿਮੀਅਤ ਸਮਝਣੀ ਚਾਹੀਦੀ ਹੈ। ਇਸ ਤਾਜ ਨੂੰ ਬਰਕਰਾਰ ਰੱਖਣ ਵਾਸਤੇ ਸਾਨੂੰ ਇਕਜੁੱਟ ਹੋਣਾ ਪਊਗਾ। ਗੱਲ ਹੇਟ ਕਰਾਈਮ ਦੀ ਹੈ ਤੇ ਸਾਨੂੰ ਪਤਾ ਲੱਗਣਾ ਚਾਹੀਦਾ ਕਿ ਇਸ ਕੁਈਨਸ ਦੇ ਵਿੱਚ ਕੱਲਾ ਕੁਈਨਸ ਹੀ ਨਹੀਂ, ਅਸੀਂ ਮਿੰਨੀ ਪੰਜਾਬ ਨੂੰ ਵੀ ਆਪਣੇ ਦਿਲ 'ਚ ਲੈ ਕੇ ਬੈਠੇ ਹਾਂ। ਪਿੰਡ ਦੇ ਵਿੱਚ ਪੇਂਡੂ ਨੂੰ ਤਾਂ ਕੱਢ ਦਿਓਗੇ, ਪਰ ਪੇਂਡੂ 'ਚੋਂ ਪਿੰਡ ਨਹੀਂ ਉਹ ਨਿਕਲਦਾ, ਤੇ ਮੈਂ ਵੀ ਉਸ ਮਿੱਟੀ ਦਾ ਹਿੱਸਾ। ਤੇ ਤੁਸੀਂ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਡਾਟਾ ਸ਼ੇਅਰ ਕਰ ਦੇਵਾਂ ਕਿ ਅਸੀਂ 33% ਦੀ ਆਬਾਦੀ 'ਚ ਹਾਂ। ਮੈਂ ਤੁਹਾਨੂੰ ਯਾਦ ਕਰਾਉਣ ਵਾਸਤੇ ਇਸ ਕਰਕੇ ਦੁਬਾਰਾ ਪੁੱਛਦਾ, ਕਿੰਨੀ ਆਬਾਦੀ ਹੈ ਸਾਡੀ? 33%। ਆਵਾਜ਼ ਬੋਲ ਕੇ ਦੱਸੋ ਤਾਂ ਕਿ ਮੈਨੂੰ ਯਾਦ ਰਹਿ ਸਕੇ। ਕਿੰਨੀ ਹੈ? ਤੇ ਕਾਲਿਆਂ ਦੀ ਜੇ ਆਬਾਦੀ ਦੀ ਗੱਲ ਕਰੀਏ, ਮੈਂ ਡਿਸਕ੍ਰਿਮੀਨੇਟ ਨਹੀਂ ਕਰਦਾ, ਉਹ 28% ਨੇ। ਉਹਨਾਂ ਕੋਲੇ ਸਿਟੀ ਕਾਉਂਸਲ ਦੀ ਪੋਜੀਸ਼ਨ ਵੀ ਹੈਗੀ ਹੈ, ਉਹਨਾਂ ਕੋਲੇ ਅਸੈਂਬਲੀ ਦੀ ਪੋਜੀਸ਼ਨ ਵੀ ਹੈਗੀ ਹੈ, ਉਹਨਾਂ ਕੋਲੇ ਸਟੇਟ ਸੈਨੇਟ ਵੀ ਹੈਗੀ ਹੈ ਤੇ ਕਾਂਗਰਸ ਵੀ ਹੈਗੀ ਹੈ। ਤੇ ਸਾਡੇ ਕੋਲੇ ਕੀ ਹੈ? ਕੁਝ ਵੀ ਨਹੀਂ। ਤੇ ਅਸੀਂ ਅੱਜ ਆ ਕੇ ਪੋਲੀਟੀਕਲ ਸਪੀਚਾਂ ਕਰਕੇ, ਮੇਰੀਆਂ ਗੱਲਾਂ ਸੁਣ ਕੇ, ਮੇਰੇ ਤੋਂ ਹੋ ਸਕਦਾ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਤੁਹਾਡਾ ਸਾਰਿਆਂ ਦਾ ਛੋਟਾ ਭਰਾ, ਮੈਂ ਤੁਹਾਡੇ ਤੋਂ ਮਾਫੀ ਮੰਗੂਗਾ ਉਸ ਗੱਲਾਂ ਦੀ ਜਿਹੜੀਆਂ ਗੱਲਾਂ ਮੈਂ ਤੁਹਾਡੀ ਸ਼ਾਨ ਦੇ ਖਿਲਾਫ ਕਹਿਤੀਆਂ ਨੇ। ਪਰ ਸਾਰੇ ਜਣੇ ਖੜੇ ਹੋ ਜੋ, ਜਿਵੇਂ ਤੁਸੀਂ ਆਪਣੇ ਬਿਜ਼ਨਸ ਖੜੇ ਕੀਤੇ ਨੇ। ਹੁਣ ਅਸੀਂ ਪੋਲੀਟੀਕਲ এনवायरमेंट ਦੇ ਵਿੱਚ ਉਹ ਮੱਲਾਂ ਮਾਰਨੀਆਂ ਨੇ ਜੋ ਸਾਡੇ ਕੈਨੇਡਾ ਵਾਲੇ ਭਰਾਵਾਂ ਨੇ ਮਾਰੀਆਂ ਨੇ। ਈਵਨ ਉਹਨਾਂ ਦੀ ਸੈਕੰਡ ਜਾਂ ਥਰਡ ਜਨਰੇਸ਼ਨ ਆ, ਸਾਡੀ ਚਾਹੇ ਫਸਟ ਜਨਰੇਸ਼ਨ ਆ, ਅਸੀਂ ਉਹ ਕਰਕੇ ਦਿਖਾਵਾਂਗੇ ਜੋ ਉਹਨਾਂ ਨੇ ਥਰਡ ਜਨਰੇਸ਼ਨ ਦੇ ਵਿੱਚ ਕੀਤਾ। ਤੇ ਵੀਰੋ, ਮੈਂ ਤੁਹਾਨੂੰ ਯਕੀਨ ਦਿਵਾਉਣਾ, ਤੁਸੀਂ 200 ਬੰਦਾ ਅੱਜ, 200 ਭਰਾ, ਮੇਰੀਆਂ ਭੈਣਾਂ, ਮੇਰਾ ਪਰਿਵਾਰ, ਮੈਂ ਆਪਣੇ ਪਰਿਵਾਰ ਤੋਂ ਬਿਨਾ ਕੁਝ ਵੀ ਨਹੀਂ। ਕਿਉਂਕਿ ਮੈਨੂੰ ਪਤਾ ਹੈ, ਕੱਲ ਹੀ ਗੱਲ ਹੈ, ਮੇਰੀ ਵਾਈਫ ਮੈਨੂੰ ਕਹਿ ਰਹੀ ਸੀ ਮੈਂ ਟੈਕਸਟ ਕਰਦੀਆਂ ਤੂੰ ਮੈਨੂੰ ਜਵਾਬ ਨਹੀਂ ਦਿੰਦਾ, ਤੇ ਮੈਂ ਉਹਨੂੰ ਸਮਝਾਉਣ 'ਚ ਅਣਥੱਕ ਹਾਂ ਕਿ ਮੇਰੇ ਕੋਲੇ ਹੁਣ 200 ਫੈਮਿਲੀ ਹੈ, 400 ਫੈਮਿਲੀ ਹੈ, 60,000 ਵੱਡਾ ਪਰਿਵਾਰ ਹੈ, ਮੇਰੀ ਐਕਸਟੈਂਡਡ ਫੈਮਿਲੀ ਹੈ। ਮੈਂ ਕਿਵੇਂ ਜਵਾਬ ਦੇਵਾਂ? ਮੈਨੂੰ ਤੁਸੀਂ ਦੱਸੋ। ਮੈਥੋਂ ਬੜੇ ਸਾਰੇ ਬੰਦਿਆਂ ਦੇ ਤੁਹਾਡੇ ਨਾਮ ਯਾਦ ਨਹੀਂ ਹੋਣੇ। ਮੇਰੀ ਗਲਤੀ, ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ, ਆਪਦੇ ਘਰਾਂ ਦੇ ਬਲਾਕ ਗਿਣ ਲਓ, ਆਪਦੇ ਘਰਾਂ ਦੇ ਬਲਾਕ ਆਲੇ ਦੁਆਲੇ ਆਪਣੇ ਗਵਾਂਢੀਆਂ ਨੂੰ ਮਿਲ ਲਓ। ਤੇ ਵੀਰੋ, ਇਹ ਤੁਸੀਂ ਜਦੋਂ ਜਾ ਕੇ ਕਹੋਗੇ ਨਾ ਕਿ ਮੈਂ ਸਾਹਮਣੇ ਘਰ 'ਚ ਰਹਿਣਾ, ਮੇਰਾ ਭਰਾ ਇਲੈਕਸ਼ਨ ਲੜ ਰਿਹਾ, ਤਾਂ ਉਹ ਤੁਹਾਡੇ ਤੇ ਜ਼ਿਆਦਾ ਯਕੀਨ ਕਰਨਗੇ, ਮੇਰੇ ਤੇ ਨਹੀਂ। ਯਕੀਨ ਮੰਨੋ, ਮੈਂ ਅੱਜ ਮੇਰੇ ਪਿਤਾ ਜੀ ਨੂੰ ਤਕਰੀਬਨ 6 ਦਿਨਾਂ ਬਾਅਦ ਮਿਲ ਰਿਹਾ ਇਸ ਫੰਕਸ਼ਨ ਦੇ ਵਿੱਚ। ਯਕੀਨ ਮੰਨੋ, ਮੈਂ ਤੁਹਾਡੇ ਵਾਸਤੇ ਦਿਨ ਰਾਤ ਲੱਗਿਆ ਹੋਇਆ। ਮੇਰੀ ਸਾਰੀ ਟੀਮ, ਕਰਤਾਰ ਸਿੰਘ ਸਰਾਭਾ ਗਰੁੱਪ ਹੋਵੇ, ਸ਼ਹੀਦ ਊਧਮ ਸਿੰਘ ਸੁਸਾਇਟੀ ਹੋਵੇ, ਬਾਬਾ ਜੀ ਹੋਣ ਗੁਰੂ ਘਰ ਤੋਂ, ਵਾਲੀਆ ਸਾਹਿਬ ਹੋਣ, ਨਿਸ਼ਾਨ ਸਿੰਘ ਹੋਵੇ, ਇੰਦੂ ਗਜਵਾਨੀ ਹੋਵੇ, ਨੀਲਿਮਾ ਮੈਦਾਨ ਹੋਵੇ, ਪੁਪਲ ਸਾਰਾ ਚੋਪੜਾ ਜੀ ਹੋਣ, ਚਾਹੇ ਮੇਰੇ ਕੋਲੇ ਮੇਰੀ ਕਲੀਗ ਨੀਲਿਮਾ ਜੀ ਹੋਣ, ਬਹੁਤ ਸਾਰੇ ਹੋਰ ਵੀਰ ਜਿਨ੍ਹਾਂ ਦਾ ਮੈਂ ਨਾਮ ਸਭ ਦਾ ਲਵਾਂ ਤਾਂ ਮੈਨੂੰ ਲੱਗਦਾ ਹੈ ਗਿਣਤੀ ਘੱਟ ਪੈ ਜੂ, ਟਾਈਮ ਬਹੁਤ ਥੋੜਾ ਹੈ। ਓਮ ਭਰਾ ਹੋਵੇ ਮੇਰਾ, ਜਦੋਂ ਮੈਨੂੰ ਮਿਲੇ 2 ਦਿਨ ਪਹਿਲਾਂ, 3 ਦਿਨ ਪਹਿਲਾਂ ਆ ਕੇ, ਮੈਨੂੰ ਟਾਈਮ ਨਹੀਂ ਸਮਝ ਆ ਰਿਹਾ ਸੀ, ਪਰ ਅਸੀਂ 2 ਘੰਟੇ ਸਪੈਂਡ ਕੀਤੇ ਇੱਕ ਦੂਜੇ ਨਾਲ, ਸਾਨੂੰ ਬਹੁਤ ਚੰਗਾ ਲੱਗਿਆ, ਬੜੇ ਦਿਨਾਂ ਬਾਅਦ ਮਿਲੇ। ਤੋ ਸੋ ਵੀਰੋ, ਪ੍ਰਧਾਨ ਜੀ ਬੋਪਾ ਰਾਏ ਹੋਣ, ਪੀਟਰ ਭਾਜੀ ਹੋਣ, ਸਾਡੇ ਸਾਰਿਆਂ ਦੇ ਗੁਰੂ ਹੋਣ, ਚਾਹੇ ਜਿਵੇਂ ਮਰਜ਼ੀ ਹੋਵੇ, ਅਸੀਂ ਸਾਰੇ ਜਣੇ ਇਕੱਠੇ ਹੋ ਜਾਈਏ। ਸੁਪੀਰੀਅਰ ਗੈਸ ਐਨਰਜੀ ਤੋਂ ਚਰਨਜੀਤ ਜੀ ਹੋਣ, ਕੁਲਵੰਤ ਜੀ ਹੋਣ, ਮਹੀਪਾਲ ਹੋਣੀ ਆ ਨਹੀਂ ਸਕੇ, ਸ਼ਾਹ ਜੀ ਹੋਣੀ ਹੋਣ, ਚੰਨੀ ਵੀਰ ਹੋਵੇ, ਭੋਲੂ ਵੀਰ ਹੋਵੇ, ਤੇ ਮੇਰੇ ਫਸਟ ਬੌਸ ਇਸ ਕੰਟਰੀ 'ਚ ਉਹ ਵੀ ਇੱਥੇ ਮੌਜੂਦ ਨੇ, ਬਿੱਲਾ ਭਾਜੀ। ਬਿੱਲਾ ਭਾਜੀ, ਕੈਨ ਯੂ ਰੇਜ਼ ਯੂਰ ਹੈਂਡ? ਇਹ ਮੇਰੇ ਫਸਟ ਬੌਸ ਨੇ ਜੀ ਇਸ ਕੰਟਰੀ ਦੇ ਵਿੱਚ। ਤੇ ਮੇਰੇ ਭਾਈ ਸਾਹਿਬ, ਵੱਡੇ ਵੀਰ ਧਰਮਪਾਲ ਸਿੰਘ ਜੀ, ਸ਼੍ਰੀ ਪੀ ਸਿੰਘ ਜੀ ਇੱਥੇ ਬੈਠੇ ਨੇ, ਮਨਜੋਤ ਬੈਠਾ, ਅਵਤਾਰ ਸਿੰਘ ਤਾਰੀ ਜੀ ਹੋਣੀ ਬੈਠੇ ਨੇ, ਤੇ ਅਮਿੰਦਰ ਵੀਰ, ਜਿਨ੍ਹਾਂ ਨੂੰ ਮੈਂ ਕਹਿਣਾ ਕਿ ਮੋਸਟ ਹੰਬਲ ਗਾਏ ਇਨ ਦਿਸ ਏਰੀਆ, ਉਹ ਵੀ ਇੱਥੇ ਵਿਰਾਜਮਾਨ ਨੇ, ਤੇ ਨਾਲ ਰਸ਼ਪਾਲ ਵੀਰ ਬੈਠਾ, ਤੇ ਇੱਕ ਮੇਰਾ ਹੋਰ ਵੀਰ ਬੈਠਾ ਜਿਹਦੇ ਨਾਲ ਮੈਂ ਦੁਪਹਿਰੇ ਲੜ ਕੇ ਵੀ ਹਟਿਆ, ਤੇ ਅਮਰੀਕ ਸਿੰਘ ਵੀਰ, ਪਲੀਜ਼ ਕੈਨ ਯੂ ਪਲੀਜ਼ ਸਟੈਂਡ ਅਪ ਵੀਰ। ਮੈਂ ਦੁਪਹਿਰੇ ਇਹਨਾਂ ਨਾਲ ਲੜ ਕੇ ਵੀ ਹਟਿਆ 10 ਮਿੰਟ, ਮੈਂ ਕਿਹਾ ਵੀਰ ਦਰਸ਼ਨ ਨਹੀਂ ਹੁੰਦੇ, ਮੇਰਾ ਫੋਨ ਨਹੀਂ ਚੱਕਦੇ, ਕੀ ਗੱਲ ਆ?
ਮੇਰੇ ਕੋਲੇ ਬਹੁਤ ਫੋਨ ਹੁੰਦੇ ਨੇ ਕਰਨ ਵਾਸਤੇ। ਤੇ ਸਭ ਤੋਂ ਵੱਡਾ ਥੈਂਕਸ ਸਾਰੇ ਮੀਡੀਆ ਭਰਾਵਾਂ ਦਾ। ਮੈਨੂੰ ਇੱਕ ਦੇਵੀ ਦੀ ਗੱਲ ਯਾਦ ਆ ਜਾਂਦੀ ਹੈ, ਮੈਂ ਤੁਹਾਡੇ ਨਾਲ ਸਾਰੀ ਰਾਤ ਬੋਲ ਸਕਦਾ, ਯਕੀਨ ਮੰਨੋ। ਮੇਰੇ ਕੋਲੇ ਬਹੁਤ ਮਟੀਰੀਅਲ ਹੈ ਤੁਹਾਡੇ ਵਾਸਤੇ, ਯਕੀਨ ਮੰਨੋ। ਪਰ ਐਦਾਂ ਦੀਆਂ ਮਹਿਫਲਾਂ ਲੱਗਦੀਆਂ ਰਹਿਣ। ਕੰਗ ਸਾਹਿਬ ਹੁਣੀ ਬੈਠੇ ਨੇ, ਲਾਡੀ ਵੀਰ ਬੈਠਾ ਹੈ, ਰਾਜਾ ਬਾਈ ਬੈਠਾ ਹੈ, ਰਾਜਵੀਰ ਬੈਠਾ ਹੈ। ਮੈਂ ਕਿਹਦਾ ਨਾਂ ਲਿਖਾਇਦਾ ਛੱਡਾਂ। ਮੈਨੂੰ ਦੇਵੀ ਬਾਈ ਦੀ ਜਿਹੜੀ ਗੱਲ ਯਾਦ ਆ ਗਈ, ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰ ਦਿੰਦਾ। ਮੀਡੀਆ ਵਾਸਤੇ ਆ ਸਪੈਸ਼ਲੀ। ਕਹਿੰਦਾ ਇਹ ਜ਼ਰੂਰੀ ਨਹੀਂ ਕੌਣ ਕਿੰਨਾ ਵਧੀਆ ਗਾਉਂਦਾ, ਇਹ ਜ਼ਰੂਰੀ ਨਹੀਂ, ਇਹ ਜ਼ਰੂਰੀ ਹੈ ਕੌਣ ਕਿੰਨੀ ਵਾਰੀ ਰੋਜ਼ ਟੀਵੀ ਤੇ ਆਉਂਦਾ। ਸੋ ਵੀਰੋ ਪਲੀਜ਼ ਮੇਕ ਸ਼ੋਰ ਕਰਿਓ ਅਸੀਂ ਸਾਰੇ ਵੀਰ ਰੋਜ਼ ਟੀਵੀ ਤੇ ਆਉਂਦੇ ਰਹੀਏ, ਤਾਂ ਕਿ ਪਬਲਿਕ ਨੂੰ ਤੁਸੀਂ ਸਾਡੀ ਗੱਲ ਪਹੁੰਚਾਉਂਦੇ ਰਹੋ। ਇਹਦੇ ਨਾਲ ਸਾਰਿਆਂ ਤੋਂ ਖਿਮਾ ਦਾ ਜਾਚਕ ਹੁੰਦਾ ਹੋਇਆ ਮੇਰੇ ਪਿਤਾ ਜੀ, ਮੇਰੀ ਵਾਈਫ, ਮੇਰੇ ਬੱਚੇ ਮੇਰੇ ਨਾਲ ਖੜੇ ਨੇ ਵੀਰੋ। ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਇਹ ਅੱਜ ਜਿਹੜੀ ਜਰਨੀ ਤੁਸੀਂ। ਖਾਸ ਰਿਪੋਰਟ ਪੰਜਾਬੀ ਹਬ ਟੀਵੀ ਨਿਊਯਾਰਕ।